ਧੰਨ ਵਾਹਿਗੁਰੂ ਸਾਹਿਬ ਜੀਓ। ਹਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਾਮ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਨੌਵਾਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੂਟਿਓ। ਕਰ ਬੈਠੋ ਬਿਸਰਾਮ, ਮਾਈ ਮੈਂ ਧਨ ਪਾਇਓ ਹਰ ਨਾਮ। ਮਨ ਮੇਰੋ ਧਾਵਣ ਤੇ ਛੂਟਿਓ। ਕਰ ਬੈਠੋ ਬਿਸਰਾਮ ਰਹਾਉ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾਰ ਚੁਕਾ, ਰਤਨ ਨਾਮ ਜਪ ਪਾਇਆ। ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾ ਕੋ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਹੋ ਨਾਨਕ ਇਹ ਬਿਦ ਕੀ ਸੰਪੈ, ਕੋ ਗੁਰਮੁਖ ਪਾਵੈ। ਜਾ ਕੋ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਹੋ ਨਾਨਕ ਇਹ ਬਿਦ ਕੀ ਸੰਪੈ, ਕੋ ਗੁਰਮੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦਾਂ ਦੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਵਿੱਚ ਅਸੀਂ ਸਤਿਗੁਰੂ ਮਹਾਰਾਜ ਜੀ ਦੇ 15 ਰਾਗਾਂ ਵਿੱਚੋਂ ਬਸੰਤ ਰਾਗ ਦੇ ਸ਼ਬਦ ਵਿਚਾਰ ਰਹੇ ਹਾਂ। ਇਸ
ਪਾਵਨ ਰਾਗ ਵਿੱਚ ਸਤਿਗੁਰੂ ਜੀ ਦੇ 5 ਸ਼ਬਦ ਨੇ। ਦੋਵਾਂ ਦੀ ਵਿਚਾਰ ਆਪਾਂ ਪਹਿਲਾਂ ਕਰ ਚੁੱਕੇ। ਤੀਸਰਾ ਸ਼ਬਦ ਬਸੰਤ ਰਾਗ ਦਾ, ਜੋ ਸਕਰੀਨ ਦੇ ਉੱਪਰ ਆਪ ਜੀ ਵੇਖ ਰਹੇ ਹੋ ਤੇ ਜਿਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਜਿਵੇਂ ਸਤਿਗੁਰੂ ਮਤ ਬੁੱਧ ਸੋਝੀ ਬਖਸ਼ਿਸ਼ ਕਰਨਗੇ, ਪਾਵਨ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਕਰੋ ਕਿਰਪਾ ਸਾਰੇ ਮਾਈ ਭਾਈ, ਅਸੀਸ ਬਖਸ਼ੋ। ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਆਓ ਸਾਰੇ ਮਿਲ ਕੇ ਉਚਾਰਨ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਾਰੇ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਨੇ ਪਾਵਨ ਸ਼ਬਦ ਵਿੱਚ, ਮਾਈ ਮੈਂ ਧਨ ਪਾਇਓ ਹਰ ਨਾਮ। ਪਹਿਲਾਂ ਅਸੀਂ ਅੱਖਰੀ ਅਰਥ ਜਿਵੇਂ ਸਮਝਦੇ ਹਾਂ, ਫਿਰ ਅਸੀਂ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ। ਪਹਿਲਾਂ ਅੱਖਰੀ ਅਰਥ, ਮਾਈ ਹੇ ਮੇਰੀ ਮਾਂ। ਮੈਂ ਦਾ ਭਾਵ ਹੈ ਆਪਣੇ ਆਪ ਨੂੰ ਸਤਿਗੁਰੂ ਕਹਿ ਰਹੇ ਨੇ ਕਿ ਮੈਨੂੰ ਧਨ ਮਿਲ ਗਿਆ, ਮੈਂ ਪਾ ਲਿਆ ਹੈ। ਮਾਈ ਮੈਂ ਧਨ ਪਾਇਓ, ਧਨ ਨੂੰ ਪਾ ਲਿਆ ਹੈ। ਹਰ ਨਾਮ, ਹਰੀ ਦਾ ਨਾਮ ਧਨ ਮੈਨੂੰ ਮਿਲ ਗਿਆ ਹੈ। ਜਿਸ ਦੇ ਮਿਲਣ ਤੋਂ ਬਾਅਦ ਹੋਇਆ ਕੀ, ਤਬਦੀਲੀ ਕੀ ਆਈ। ਮਨ ਮੇਰੋ ਧਾਵਣ ਤੇ ਛੂਟਿਓ, ਕਰ ਬੈਠੋ ਵਿਸਰਾਮ। ਧਾਵਣ ਦਾ ਅਰਥ ਹੁੰਦਾ ਦੌੜ ਭੱਜ ਕਰਨੀ। ਮੇਰਾ ਮਨ ਦੌੜ ਭੱਜ ਕਰਨ ਤੋਂ ਰੁਕ ਗਿਆ ਹੈ ਤੇ ਮੈਂ ਵਿਸਰਾਮ ਪਾ ਲਿਆ। ਵਿਸਰਾਮ ਦਾ ਮਤਲਬ ਵੀ ਟਿਕ ਗਿਆ ਹੈ ਹੁਣ ਮੇਰਾ ਮਨ। ਜਦੋਂ ਅਸੀਂ ਇਸ ਸ਼ਬਦ ਨੂੰ ਪੜ੍ਹਿਆ ਹੈ ਤੇ ਸਾਧ ਸੰਗਤ ਜੀ ਮੈਂ ਪੜ੍ਹਿਆ ਕਿ ਮਾਈ ਮੈਂ ਧਨ ਪਾਇਓ ਹਰ ਨਾਮ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦਾਂ ਦੀ ਇਹ ਵਿਲੱਖਣਤਾ ਹੈ ਕਿ ਸਾਧ ਸੰਗਤ ਜੀ ਉਚਾਰਨ ਇੱਕ ਹੋਏਗਾ ਪਰ ਅਰਥ ਇੱਕ ਨਹੀਂ ਹੁੰਦੇ। ਮੈਂ ਪੜ੍ਹਿਆ ਕਿ ਮਾਈ ਮੈਂ ਧਨ ਪਾਇਓ ਹਰ ਨਾਮ, ਇੱਥੇ ਮੈਂ ਦਾ ਅਰਥ ਆਪਣੇ ਆਪ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਧਨ ਮਿਲ ਗਿਆ। ਜਦੋਂ ਪੜਾਂਗੇ ਕਿ ਘਟ ਘਟ ਮੈਂ, ਉੱਥੇ ਮੈਂ ਨਹੀਂ ਪੜਨਾ ਪੈਣਾ, ਉੱਥੇ ਅਰਥ ਬਦਲ ਜਾਣੇ। ਉੱਥੇ ਮੈਂ ਦਾ ਅਰਥ ਹੋ ਗਿਆ ਬਿਨਾਂ ਬਿੰਦੀ ਤੋਂ ਦਾ ਉਚਾਰਨ ਕਰਾਂਗੇ, ਉਹਦਾ ਅਰਥ ਹੋ ਗਿਆ ਵਿੱਚ। ਘਟ ਘਟ ਦੇ ਵਿੱਚ ਪਰਮਾਤਮਾ ਵਸਦਾ ਹੈ। ਤੋ ਇਸ ਤਰ੍ਹਾਂ ਜਿਹੜਾ ਅਸੀਂ ਕੋਸ਼ਿਸ਼ ਕਰਨੀ ਨਾਲ ਨਾਲ ਬਾਣੀ ਨੂੰ ਤੇ ਉਹਦੇ ਅਰਥਾਂ ਤੇ ਪਾਠ ਦੇ ਜਿਹੜਾ ਉਚਾਰਨ ਹੈ ਉਸ ਨੂੰ ਵੀ ਸਮਝਣ ਦਾ ਕੋਸ਼ਿਸ਼ ਕਰਨੀ ਹੈ। ਹੁਣ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਦੇ ਅਸੀਂ ਜਿੰਨੇ ਸ਼ਬਦ ਵਿਚਾਰੇ ਨੇ, ਉਹਨਾਂ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਈ ਸ਼ਬਦ ਬਹੁਤ ਵਰਤਿਆ ਹੈ। ਪਰ ਨਾਲ ਨਾਲ ਗੁਰੂ ਤੇਗ ਬਹਾਦਰ ਜੀ ਦੇ ਅਸੀਂ ਜਿੰਨੇ ਕੇ ਸ਼ਬਦ ਵਿਚਾਰੇ ਨੇ ਹੁਣ ਤੱਕ, ਉਹਦੇ ਵਿੱਚੋਂ ਇੱਕ ਸ਼ਬਦ ਚਲੋ ਇਹ ਛੱਡ ਲਓ ਜਿਹੜਾ ਸੋਰਠ ਰਾਗ ਵਾਲਾ ਹੈ ਨਾ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਸ ਸ਼ਬਦ ਨੂੰ ਛੱਡ ਕੇ ਬਾਕੀ ਦੇ ਸ਼ਬਦਾਂ ਨੂੰ ਜੋ ਲੜੀਵਾਰ ਆਪਾਂ ਕਥਾ ਕੀਤੀ ਹੈ, ਤੇ ਸਾਧ ਸੰਗਤ ਧਿਆਨ ਮਾਰ ਕੇ ਦੇਖੋ ਜਦੋਂ ਤੁਸੀਂ ਪਾਠ ਕਰੋਗੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਕੀ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੀ ਅਰਦਾਸ ਹੀ ਕੀਤੀ ਹੈ। ਉਹ ਸਤਿਗੁਰੂ ਦਾ ਜੀਵਨ ਨਹੀਂ ਹੈ ਜਿਹੜੇ ਬਾਕੀ ਸ਼ਬਦਾਂ 'ਚ ਮਹਾਰਾਜ ਨੇ ਕਿਹਾ, ਜਿਵੇਂ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਮਹਾਰਾਜ ਕਹਿੰਦੇ ਮਨ ਦਾ ਮਾਣ ਤਿਆਗ ਦਿਓ। ਗੁਰੂ ਮਹਾਰਾਜ ਅੰਦਰ ਕੋਈ ਹੰਕਾਰ ਨਹੀਂ। ਗੁਰੂ ਤੇਗ ਬਹਾਦਰ ਜੀ ਦਾ ਅਸੀਂ ਸ਼ਬਦ ਵਿਚਾਰਿਆ ਸੋਰਠ ਰਾਗ ਵਿੱਚੋਂ ਕਿ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਨਹੀਂ ਹੈ। ਜਦੋਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਮਾਈ ਕੋਈ ਭੁੱਲਿਓ ਮਨ ਸਮਝਾਵੈ, ਮਾਂ ਮੇਰੇ ਭੁੱਲੇ ਮਨ ਨੂੰ ਕੋਈ ਸਮਝਾ ਦੇਵੇ, ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਨਹੀਂ ਹੈ ਕਿ ਮਹਾਰਾਜ ਦਾ ਮਨ ਕਿਤੇ ਭੁੱਲਿਆ। ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਵਰਤੇ ਨੇ ਕਿ ਸਵਾਨ ਪੂਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਮੈਂ ਤਾਂ ਕੁਝ ਕੁ ਪ੍ਰਮਾਣ ਲੈ ਰਿਹਾ ਕਿ ਜਿਹੜਾ ਸ਼ਬਦ ਅਸੀਂ ਅੱਜ ਵਿਚਾਰਨਾ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਹੈ। ਅੱਜ ਵਾਲੇ ਸ਼ਬਦ ਨੂੰ ਕਹਿ ਸਕਦੇ ਹਾਂ ਕਿ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਵਿਆਖਿਆ ਕਰੇਗਾ। ਜਿਹੜੇ ਬਾਕੀ ਦੇ ਸ਼ਬਦ ਵਿਚਾਰੇ ਅਸੀਂ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਸਵਾਨ ਪੂਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮਨ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਉਹ ਕਹਿੰਦੇ ਕਿ ਕੁੱਤੇ ਦੀ ਪੂਛ ਹੈ ਕਦੀ ਸਿੱਧਾ ਨਹੀਂ ਹੁੰਦਾ। ਉਹ ਸਾਡੀਆਂ ਅਰਦਾਸਾਂ ਨੇ ਮਹਾਰਾਜ ਦੀਆਂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਨ ਚੰਚਲ ਹੈ ਗਹਿਓ ਨਾ ਜਾਈ, ਪਕੜਿਆ ਨਹੀਂ ਜਾਂਦਾ।
मेरा कहण तो भाव कि जिन्ने के शब्द असीं हुण तक विचारे गुरु तेग बहादुर महाराज जी दे, उन्हां विच जिन्नियां शब्दां 'च विकारां दी गल आई, औगणां दी गल आई, मन दे चंचलताई दी गल आई, मन नूं सवान कुत्ते दे नाल तुलना कीती गई, इउं समझो वो सारे शब्दां दी व्याख्या साडी है ते महाराज ने अपने ते लैके साडियां अरदासां कीतियां ने। पर अज वाला शब्द गुरु तेग बहादुर जी दा अपना जीवन है। महाराज इत्थे किरपा कर रहे ने, माई हे मेरी मां मैनू धन मिल गया है, माई मैं धन पायो, हर नाम हरी दा नाम धन मैनू मिल गया। ते जिहदे मिलण तो बाद महाराज कहते ने, मन मेरो धामण ते छूटियो मेरा मन, इस दौड़ भज तो रुक गया, छुट गया, मुक गया है, भज दौड़ नहीं करता, कर बैठो विश्राम हुण टिक गया है। आओ गुरु ग्रंथ साहिब की बाणी चो थोड़ा जिहा तकीए। सत्संग जी शब्द आया धन। हुण जे कोई मनुख सवाल करे कि भाई साहब जी धन शब्द की व्याख्या की हुंदी, धन शब्द का अर्थ की है, तो इस धन शब्द नूं मैं एक अर्थ विच बंद नहीं कर सकदा। उन्होंने पूछना पेगा तू किहड़े शब्द की गल करदा, ताकि उहदे विच धन शब्द किस संदर्भ विच आया है। जिवें असीं ब्याह वाले दिन शब्द पढ़दे हां कि धन पेर एह ना आखियन बहन इकट्ठे होए, शब्द धन ही आया ना उत्थे। उत्थे धन पदार्थ नूं नहीं किया, धन माया नूं नहीं किया। उत्थे धन का अर्थ हो गया औरत पत्नी, पेर का अर्थ हो गया पति, पत्नी ते पत्नी की उत्थे गल चलदी है। जदों सतगुरु महाराज जी कहणगे काचा धन, उत्थे धन शब्द आया, नाल शब्द जुड़ गया काचा, इहदा मतलब पदार्थां की गल आ गई, उत्थे माया की गल आ गई। जदों सतगुरु जी का असीं ये शब्द पढ़ांगे कि गरीब नवाज सच्चे पातशाह मार के धन पिर का एक ही संग बासा, उत्थे धन का अर्थ ना पदार्थ होणगे, ना शरीर होएगा, ना कच्चा धन होएगा, उत्थे अर्थ बन जाणगे आत्मा मन, अर्थ उहदे बदल जाणगे। मेरा कहण तो भाव खैर ये बड़ा लंबा विषय है भी एक शब्द दे असीं अर्थ हर जगह ते इक्को नहीं कर सकते। इत्थे महाराज ने कहा कि माई मैं धन पायो, मां मैनू धन मिल गया। असीं हुण धन शब्द वेखना है। गुरु ग्रंथ साहिब महाराज जी की बाणी च महाराज कहते ने एक धन ते वो है जिहड़ा बंदा एकत्र कर रहा है, जिन्हों असीं पदार्थ मायक धन कहने हैं। उहदे बारे बाणी ने कहा काचा धन संचै मूर्ख गवार, मनमुख भूले अंध गवार, वेख्या कै धन सदा दुख होए, ना साथ जाए ना प्राप्त होए। जिहड़ा धन गुरु साहब नूं मिलिया उहदे बारे कहंदे साचा धन गुरमती पाए। इक्के शब्द विच दो अर्थ हो गए, एक च आ गया कच्चा धन माया, दूजा च आ गया कि साचा धन, इसका मतलब नाम धन गुरमती पाए, गुरु की मत विचों मिलता है। हुण गुरु ग्रंथ साहिब महाराज की बाणी कहती कि धन इकत्र मैं कर लिया है, तो जिस धन नूं इकत्र करने वास्ते गुरु ग्रंथ साहिब की बाणी सानू प्रेरणा देती है। महाराज कहते वणज करो वणजारियो, ये धन इकट्ठा करना सी। अज वाला शब्द जो चल रहा है, महाराज कहते वणज करो वणजारियो, वखर लियो संभाल, तैसी वस्तु विसाईए जैसी निभै नाल। महाराज कहते वो वस्तु नूं इकत्र करो जिहड़ी नाल निभ जाए। सुखमनी साहिब की 24वीं अष्टपदी दी दा पहला जिहड़ा बंद है उहदे विच भी महाराज ने सच्चे धन नूं इकत्र करने वास्ते कहा पूरे गुर का सुन उपदेश, पार ब्रह्म निकट कर पे, सास सास सिमरो गोबिंद, मन अंतर की उतरै चिंद, आस अनित त्यागो तरंग, संत जना की धूर मन मांग, आप छोड़ बेनती करो, साध सांग अगन सागर तरो। ते अखीर च की कहते ने हर धन के भर लेहो भंडार। महाराज कहते हरि दे नाम दा धन दा भंडारा भर लै, हर धन के भर लियो भंडार, नानक गुर पूरे नमस्कार। पूरे गुरु नमस्कार जिहदे कोले नाम दा धन प्राप्त होया है, जिहदे तो नाम दा धन मिलदा है। सतगुरु गुरु ग्रंथ साहिब महाराज जी की बाणी च मेरे गरीब नवाज सच्चे पातशाह महाराज जी कह रहे हैं ये जीव तू इस धन नूं इकत्र कर, जिन्ना भी इकत्र कर सकदा, क्योंकि बाणी कहती है ये धन तेरे कोले होवेगा ते कोई चिंता, कोई झोरा, कोई तेनू संसा नहीं होएगा। बाकी दा धन पदार्थ तेनू चिंता झोरिया च पा देगा कि कोई लुट के ना लै जाए, तू हर वेले फिकरां च रहेगा। पर इस धन बारे महाराज कहते हैं जिन्हां दे कोल होवे, मेरे गरीब नवाज सच्चे पातशाह महाराज कहते मानक मोती नाम प्रभ उन लगे नाही सन। महाराज कहते कोई सन ला के इसनूं नहीं लिजा सकता। यह है सच्चा धन जिहड़ा गुरु दे कोलों सानू प्राप्त हुंदा, गुरु की मत विचों सानू प्राप्त हुंदा। भाव इहदा बन गया चंगे शुभ गुणा रूपी धन नूं तू इकत्र करना है।
सतगुरु गुरु ग्रंथ साहब सच्चे पातशाह महाराज जी की बाणी च एक नहीं अनेकों प्रमाण ने जिहदे विच महाराज कहते हैं, हे जीव प्राणी तू आयो लाहा लैन लगा कित खुपकड़े सब मुकदी चली रैन तू लाहा लैन आया तो नाम रूपी धन दा तू लाहा प्राप्त कर ले जिन्ना एकत्र किया जा रहा। ते महाराज कह रहे ने माई मैं धन पायो हर नाम, फिर कहते मन मेरो धामन ते छूटियो, मेरा मन दौड़ भज तो रुक गया कर बैठो विश्राम। तो ये विश्राम किहदे अंदर करता है, जिहड़ा मन किहदा टिकदा है। सुखमनी साहब का जिहड़ा श्लोक है ना साध संगत जी, रहाओ वाली तुक, वो सारी दी सारी सुखमनी साहब की व्याख्या उहदे विच है। सुखमनी सुख अमृत प्रभ नाम ते विश्राम किथे, उत्थे विश्राम शब्द आया किहदा मन जिहड़ा विश्राम में चलिया जाता है। वो सारा सुखमनी साहब इसे तुक की व्याख्या करी जा रहे हैं। ये रहाओ वाली तुक है सुखमनी सुख अमृत प्रभ नाम भगत जना कै मन विश्राम, भगत जना का मन विश्राम में चलिया गया टिक गया है, क्योंकि साडा मन दौड़दा भजदा है, ये टिकदा नहीं। महाराज कहते टिकाउण दा यतन ही तो सारे असी जिन्ना असी उदम उपराला करते सतसंगत दा बाणी पढ़न सुनन विचार दा सारे कुछ का टिका वास्ते तो असी यतन करते पे। महाराज कहते टिक जाए दौड़ भज, मन फुरनियां दा संग्रह है, ਇਹਦੇ ਵਿੱਚੋਂ ਫੁਰਨੇ ਉੱਠਦੇ ਨੇ ਫਿਰ ਬੰਦ ਹੁੰਦੇ ਆ, ਫੁਰਨੇ ਉੱਠਦੇ ਆ ਬੰਦ ਹੋ ਜਾਂਦੇ। ਮਾਰ ਕਹਿੰਦੇ ਜਦੋਂ ਫੁਰਨਿਆਂ ਅਫੁਰ ਜਿਹਨੂੰ ਕਹਿੰਦੇ ਆ ਜਿਹਦੇ ਵਿੱਚੋਂ ਕੋਈ ਫੁਰਨਾ ਨਹੀਂ ਉੱਠਦਾ, ਉੱਥੇ ਜਾ ਕੇ ਮਹਾਰਾਜ ਕਹਿੰਦੇ ਮਨ ਵਿਸ਼ਰਾਮ ਵਿੱਚ ਚਲਿਆ ਗਿਆ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮਣ ਤੇ ਛੂਟਿਓ ਕਰ ਬੈਠੋ ਵਿਸ਼ਰਾਮ ਰਹਾਓ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਇਆ ਮਮਤਾ ਤਨ ਤੇ ਭਾਗੀ। महाराज कहते ये माया असीं समझ गए पदार्थ, ममता, ममता का मतलब किया गया अर्थ किए गए ने पकड़, मेरी मेरी कह लो, जिद बंदा कहता आ भी चीज़ मेरी, आ भी चीज़ मेरी, आ भी जिन्हों मेरी मेरी बंदा कहता जिन्हों पकड़ असीं कहने। महाराज कहते माया की पकड़ भी अंदरों चली गई तो सचमुच चली गई। जो सतगुरु गुरु तेग बहादुर महाराज जी बाबा बकाला साहब की धरती ते सन ते साध संगत जी भाई मक्खण छाया, मैं जी बेनती कर लग्या कि मन मेरो धामण ते छुटियो कर बैठो विश्राम कर गया। हुण माया ममता तन ते भागी ये चली गई तन तो किवें। महाराज सच्चे पातशाह महाराज जी साध संगत जी बाबा बकाला साहब की धरती ते भाई मक्खण शाह आया, उन्हें मोहरा रखियां, बाकी जिहड़े 22 जाने बैठे सी मंजियां डाह के उन्होंने सामने 5-5 मोहरा रखियां, सारे आशीर्वादां देई जा रहे हैं, तेरा कारोबार वधे, तेनू महाराज तरक्कियां बख्शो दीयां अरदासां हो रही हैं। ਉਹਦੇ मन च फुरना उठिया भी ਜਦੋਂ अरदास की शुरू तो ਕਿਹਾ ਸੀ भी 500 मोड़ा जो इतिहास कहता ना, पर मैं 5-5 रखदा है तो सारे आशीर्वाद देई जा रहे ने। ਇਹਦਾ मतलब है सारे जिन्ने भी इत्थे बैठे ने मेरे अंदर की गल नूं तां कोई बुझ नहीं रहा। ਜਦੋਂ तुरन लग्या तो किसी ने कहा कि तू कहना 22 जाणियां दे कोलों मैं हो गया, एक होर भी है इत्थे। कहते जी वो कौन है? वो गुरु तेग बहादुर सच्चे पातशाह महाराज। चलो खैर इतिहास में तो शब्द होर तरह लिखे ने, साडा जी नहीं करता सी वो शब्द बोलीए अपनी जबान तो। गुरु तेग बहादुर जी का अद्धा नाम लैके ते कमला कह के कहा सी किसी ने, असी गुरु साहब वास्ते खैर ये शब्द ना वरतीए। उन्होंने कहा भी एक है। जो भाई मक्खण शाह आया 5 मोहरा रखियां, महाराज ने यह नहीं सी कि गुरु तेग बहादुर महाराज जी तो मोहरा लेना चाहते सी। महाराज कहते कि बाहरले 22 पखंडियां में मैनू भी ना समझ लवे, इनू ये ना हो के भुलेखा ही मन च रह जाए कि गुरु की हुंदा है। गुरु तेग बहादुर सच्चे पातशाह महाराज कहते अरदास वेले 500 ते हुण रखदा है 5। उन्हें चरण फड़ ले गुरु तेग बहादुर सच्चे पातशाह महाराज जी ने, मोहरां ढेरी कर दित्तियां। ते साध संगत जी बाबा धीरमल गुरु का परिवार है, 6 मसंद राही गुरु तेग बहादुर सच्चे पातशाह ते गोली चलवा दी। कुछ इतिहासकार कहते हैं कि सतगुरु महाराज दस्तार तो बिल्कुल खह के लंघ के गई। कुछ ये भी मानते हैं कि एक अद्धा शहरा वज गया जिहदे च महाराज दे थोड़ा जिहा खून भी सिमया। कुछ ये भी जिक्र करते। खैर मैं जी बेनती कर लग्या, गोली की आवाज़ आई, माता नानकी जी आए, सिख इकट्ठे हुए भी गोली की आवाज़ क्यों? जो देखा गया तो क्या भी इस करके चली है। साध संगत जी सतगुरु गुरु तेग बहादुर सच्चे पातशाह महाराज जी के कोल जो कुछ सी ये 6 मसंद राही बाबा धीरमल दे राही सारा कुछ उथों लै गए। इस गल का पता लग्या मक्खण शाह नूं
कि सब कुछ गुरु तेग बहादुर महाराज जी के कोलों लै गए तो गोली भी चल गई, क्योंकि अजे वो गया नहीं सी, अजे उत्थे ही सी मक्खण शाह। उन्हें आवाज़ सुनी, वो भी आया, उन्हें देखा तो सत्संग जब पता लग्या तो मुश्कां बन के लै आया महाराज जी के कोले गोली चलाने वाले थे। सतगुरु गुरु तेग बहादुर सच्चे पातशाह महाराज जी कहने लगे इसकी बाहां खोल दे, मुश्कां खोल दे दी। उन्हें कहा महाराज ने गोली चलाई है। महाराज कहते कोई गल नहीं। महाराज ने कहा जो कुछ है इत्थे सारा कुछ दे दो, इन्हों लै जान। सब कुछ गुरु तेग बहादुर सच्चे पातशाह महाराज जी ने लटा दिता। ते नाल एक शब्द क्या इतिहासकार कहते ने, धन गुरु तेग बहादुर सच्चे पातशाह कहने लगे मां जिन्नी देर ये कोल नहीं सी, चंगे भले दिन कटते सा, अज ही कोल आई है तो गोली चल गई है। हुंदा इस तरह ही जे ये उन्ना चर ही बचा जिन्ना चर साध संगत जी तो पासे रहो। जिद्दन ये सिर नूं चढ़ जाती है ना, फिर जो कुछ करती सानू पता ही है। ये जे सिर नूं चढ़ जाए ना माया, मैनू खिमा करियो, पैरों वाले बन्ने बंदा रख के कभी पैसे नहीं सौंदा, जदों रखू सराणे वाले बन्ने रखता बंदा, तो चढ़ती भी सिर नूं ही है। फिर जदों हंकार ते सिर नूं चढ़ जाती है, फिर कुछ नहीं पता लगता कौन अपना ते कौन पराया। फिर तो गुरु का भी नहीं पता लगता, गुरु ते भी गोलियां चल जांदियां। खैर मैं जी बेनती कर लग्या, महाराज कह रहे ने मां ये तो जिन्ना चिर बचे सी बचा रहा, अज ही एक भंडार ढेर लगे तो अज ही गोली चल गई। हुण महाराज कहते मेरा मन ये तो निर्लेप हो गया। मां मैनू इसका इस माया इस दे नाल मेरा कोई लगा नहीं। हुण ये मैं तां कह रहा गुरु तेग बहादुर जी के जीवन की व्याख्या अज वाला शब्द कर रहे हैं। महाराज कहते माया ममता मेरी मां तन ते भागी, तन तो दूर चली गई है। ते की होया जदों ये भाग चलेगी, फिर मिलिया की उपजियो निर्मल ज्ञान। महाराज कहते मैनू निर्मल ज्ञान मिल गया। निर्मल ज्ञान का मतलब मैल तो रहत, यदा मतलब कोई मैल वाला ज्ञान भी होएगा। निर्मल ज्ञान जो शब्द आया तो मैल वाला ज्ञान भी कोई होएगा। महाराज कहते निर्मल ज्ञान मिल गया है, जिथे कोई मैल नहीं वो ज्ञान मिलया है। हुण गुरु ग्रंथ साहिब की बाणी च गुरु तेग बहादुर जी को पूछ के देखो कि महाराज निर्मल ज्ञान किनू मिलता है, ये निर्मल ज्ञान किहदे कोल हुंदा है। ते गुरु तेग बहादुर साहब जी दे जदों असीं श्लोक पढ़ के आए हुणे ते महाराज दे 13 नंबर श्लोक तो लैके 16 नंबर श्लोक ते पाठ करके देखियो जे तुहानूं निर्मल ज्ञान की समझ आ जाएगी। मैं श्लोक पढ़ देना उचारो ही ताकि ਉਹਦੀ व्याख्या बहुता करन की लोड़ नहीं। सतगुरु महाराज कहते सुख दुख जह परसै नहीं, लोभ मोह अभिमान, कहो नानक सुन रे मना सो मूरत भगवान। ये पहला श्लोक पहला नहीं है, पर उस लड़ीवार श्लोका च मैं पहला कह रहा 13 नंबर श्लोक है। महाराज अगे कहते उस्तत निंदिया नाहे जेहे कंचन लोह समान, कहो नानक सुन रे मना मुक्त ताहे तै जान, हरख सोग जाकै नहीं बैरी मीत समान, कहो नानक सुन रे मना मुक्त ताहे तै जान। ते उस श्लोक नंबर ਜਿਹੜੇ ਉਹਦੇ ਵਿੱਚ ਮਹਾਰਾਜ ਅਗਲਾ ਸ਼ਲੋਕ ਕਹਿ ਰਹੇ ਨੇ ਕਿ ਨਿਰਮਲ ਗਿਆਨ ਕਿਹਦੇ ਕੋਲ ਹੈ ਤੇ ਕੀ ਉਹਦੀ ਵਿਆਖਿਆ ਨਿਰਮਲ ਗਿਆਨ। ਮਹਾਰਾਜ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਅਸੀਂ ਅਖਵਾਈ ਤਾਂ ਚਾਹੁੰਦੇ ਸਾਰੇ, ਪਰ ਮਹਾਰਾਜ ਕਹਿੰਦੇ ਨੇ ਗਿਆਨੀ ਗਿਆਨ ਨਿਰਮਲ ਗਿਆਨ ਉਹਦੇ ਕੋਲੇ ਹੈ, ਨਾ ਕਿਸੇ ਨੂੰ ਭੈ ਦੇਵੇ ਤੇ ਨਾ ਕਿਸੇ ਦਾ ਭੈ ਮੰਨੇ। ਤੇ ਪਹਿਲੇ ਜਿਹੜੇ 4 ਸ਼ਲੋਕ ਉਹਦੀ ਵਿਆਖਿਆ ਨਾਲ ਦੇਖ ਲਓ। ਮਹਾਰਾਜ ਕਹਿੰਦੇ ਨੇ ਉਸਤਤ ਨਿੰਦਿਆ ਸੁਖ ਦੁੱਖ ਹਰਖ ਸੋ ਖੁਸ਼ੀ ਗਮੀ ਲੋਭ ਮੋਹ ਅਪਮਾਨ, ਇਹ ਸਾਰਾ ਕੁਝ ਨੂੰ ਜਿਹੜਾ ਇੱਕ ਸਮਾਨ ਜਾਣ ਲੈ, ਮਹਾਰਾਜ ਕਹਿੰਦੇ ਉਹਦੇ ਕੋਲੇ ਨਿਰਮਲ ਗਿਆਨ ਆ ਗਿਆ। ਸੱਚਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲੇ ਉਹ ਨਿਰਮਲ ਗਿਆਨ ਹੈ ਜਿਸ ਗਿਆਨ ਦੀ ਮਹਾਰਾਜ ਵਿਆਖਿਆ ਕਰ ਰਹੇ ਨੇ। ਇੱਥੇ ਮਹਾਰਾਜ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਪਜਿਓ निर्मल ज्ञान। निर्मल ज्ञान सतगुरु महाराज जी कहते प्राप्त हो गया। यदि होर की निशानी है, भगत कबीर साहब जी का एक शब्द है कि निर्मल ज्ञान दियां की निशानियां ने। देखो भाई ज्ञान की आई आंधी, भगत कबीर साहब जी कहते देखो भराओ ज्ञान की हनेरी आ गई निर्मल ज्ञान की। ਉਹਦੇ ਨਾਲ ਹੋਇਆ कि देखो भाई ज्ञान की आई आंधी सबै उड़ानी, ਭ੍ਰਮ ਕੀ ਟਾਟੀ ਰਹਿਓ ਨਾ ਮਾਇਆ ਬਾਂਦੀ, ਦੁਚਿੱਤੇ ਕੀ ਦੋ ਥੂਣ ਗਰਾਨੀ ਮੋਹ ਬਲੇਡਾ ਟੁੱਟਾ। ਇਹ ਛੰਨ ਦੀ ਵਿਆਖਿਆ ਕਿ ਛੰਨ ਬਣੀ ਹੈ। ਉਹ ਛੰਨ ਦੇ ਵਿੱਚ ਜਿਸ ਤਰ੍ਹਾਂ ਥੰਮੀਆਂ ਬਣਾਈਆਂ, ਜਿਸ ਤਰ੍ਹਾਂ ਉਹਨੂੰ ਤਿਆਰ ਕੀਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਅੰਦਰ ਮਨ ਵਿੱਚ ਵੀ ਇੱਕ ਜਿਹੜੀ ਛੰਨ ਬਣੀ ਪਈ ਹੈ ਨਾ, ਦੁਚਿੱਤੇ ਦਾ ਭਾਵ ਹੁੰਦਾ ਦੁਚਿੱਤਾਪਨ, ਆਹ ਕੰਮ ਕਰਾਂ ਆਹ ਨਾ ਕਰਾਂ, ਹੁਣ ਕਰਾਂ ਨਾ ਕਰਾਂ। ਇਹ ਦੁਚਿੱਤੇਪਨ ਦੀਆਂ ਥੰਮੀਆਂ ਵੀ ਅੰਦਰ ਬਣੀਆਂ ਪਈਆਂ, ਭਰਮ ਦੀ ਥੰਮੀ ਅੰਦਰ ਬਣੀ ਪਈ ਹੈ। दुचित्ते कई दो थूण ग्रानी मोह बलेडा टूटा,
ਭਗਤ ਜੀ ਕਹਿੰਦੇ ਤ੍ਰਿਸ਼ਨਾ ਸ਼ਾਨ ਭਰੀ ਤਾਰੇ ਉੱਪਰ ਦੁਰਮਤ ਭਾਂਡਾ ਫੂਟਾ। ਦੁਰਮਤ ਦਾ ਭਾਂਡਾ ਟੁੱਟ ਗਿਆ। ਆਂਦੀ ਪਾਸ਼ਾ ਜੋ ਜਲ ਵਰਖੈ ਤੇ ਤੇਰਾ ਜਦ ਭੀਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਨਿਰਮਲ ਗਿਆਨ ਪ੍ਰਾਪਤ ਹੋ ਜਾਂਦਾ। ਜਦੋਂ ਆਂਦੀ ਪਾਸ਼ਾ ਜੋ ਜਲ ਵਰਖੈ, ਉਹ ਜਿਹੜੀ ਹਨੇਰੀ ਗਿਆਨ ਦੀ ਆਉਂਦੀ, ਉਹਦੇ ਤੋਂ ਬਾਹਰ ਜਿਹੜਾ ਫਿਰ ਗੁਰੂ ਦਾ ਗਿਆਨ ਸੋਝੀ ਸਮਝ ਸੂਝ ਬੂਝ ਆਉਂਦੀ ਹੈ ਨਾ, ਉਹਦਾ ਜਲ ਮਿਲਦਾ। ਕਹਿੰਦੇ ਉਹਦੇ ਨਾਲ ਤੇਰਾ ਜਨ ਤੇਰਾ ਸੇਵਕ ਭਿੱਜ ਜਾਂਦਾ ਹੈ, ਉਹਨੂੰ ਮੁਹੱਬਤ ਪਿਆਰ ਹੋ ਜਾਂਦੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਮਹਾਰਾਜ ਕਹਿੰਦੇ ਨੇ ਉਪਜਿਓ ਨਿਰਮਲ ਗਿਆਨ। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਅੱਗੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਲੋਭ ਮੋਹ ਇਹ ਪਰਸ ਨਾ ਸਾਕੈ। ਪਰਸ ਦਾ ਮਤਲਬ ਹੁੰਦਾ ਸਪਰਸ਼ ਵੀ ਨਹੀਂ ਹੁੰਦੇ। ਲੋਭ ਮੋਹ ਇਹ ਪਰਸ ਨਾ ਸਾਕੈ। ਮਹਾਰਾਜ ਕਿਉਂ ਨਹੀਂ ਪਰਸਦੇ? ਕਹਿੰਦੇ ਗਹੀ ਭਗਤ ਭਗਵਾਨ। ਗਹੀ ਦਾ ਮਤਲਬ ਹੁੰਦਾ ਪਕੜਨਾ। ਭਗਤ ਦਾ ਜਿਹੜਾ ਇੱਥੇ ਸ਼ਬਦ ਹੈ ਨਾ ਸਾਧ ਸੰਗਤ ਜੀ, ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜਦੋਂ ਭਗਤ ਸ਼ਬਦ ਤਿੰਨਾਂ ਰੂਪਾਂ 'ਚ ਆਏਗਾ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਤੁਸੀਂ ਸਕਰੀਨ ਤੇ ਸ਼ਬਦ ਦੇਖ ਰਹੇ ਹੋ, ਭਗਤ ਦੇ ਤੱਤੇ ਨੂੰ ਇੱਥੇ ਸਿਹਾਰੀ ਹੈ। ਇਹਦਾ ਅਰਥ ਭਗਤ ਨਹੀਂ ਹੈ, ਇਹਦਾ ਅਰਥ ਬਹੁ ਭਗਤ ਵੀ ਨਹੀਂ ਹੈ, ਇਹਦਾ ਅਰਥ ਹੋਏਗਾ ਭਗਤੀ। ਜਿੱਥੇ ਵੀ ਤੱਤੇ ਨੂੰ ਸਿਹਾਰੀ ਆਏਗੀ ਨਾ, ਉਹਦਾ ਅਰਥ ਬਣ ਜਾਏਗਾ ਭਗਤੀ। ਇਹ ਗਹੀ ਭਗਤ ਭਗਵਾਨ। ਚਲੋ ਇੱਕ ਹੋਰ ਸੋਦਰ ਦੀ ਬਾਣੀ ਚੋਂ ਤੁਸੀਂ ਦੇਖ ਲਓ, ਦੋ ਹੀ ਰੂਪ ਉੱਥੇ ਮਿਲ ਜਾਂਦੇ, ਦੋਵੇਂ ਰੂਪ ਹੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉੱਥੇ ਜਦੋਂ ਤੁਸੀਂ ਪਾਠ ਕਰੋਗੇ ਨਾ ਸ਼ਾਮਾਂ ਨੂੰ, ਸੋਦਰ ਦਾ ਦੇਖ ਲਿਓ ਜੇ, ਉੱਥੇ ਤੱਤੇ ਨੂੰ ਸਿਹਾਰੀ ਹੋਏਗਾ ਤੇਰੀ ਭਗਤ ਤੇ, ਕਿਉਂਕਿ ਤੇਰੀ ਹੈ ਨਾ ਉਹ ਸ਼ਬਦ ਆਇਆ। ਤੇਰੀ ਭਗਤ ਭੰਡਾਰ ਜੀ, ਤੇਰੀ ਭਗਤੀ ਦੇ ਭੰਡਾਰ ਭਰੇ ਪਏ ਨੇ, ਭਰੇ ਬੇਅੰਤ ਬੇਅੰਤਾ। ਇਸੇ ਸ਼ਬਦ ਵਿੱਚ ਅੱਗੇ ਜਾ ਕੇ ਦੇਖੋਗੇ ਨਾ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਹੁਣ ਅੱਗੇ ਜਿਹੜਾ ਵੇਖੋ ਉਚਾਰਨ, ਮੈਂ ਭਗਤ ਹੀ ਕਿਹਾ ਪਹਿਲਾਂ ਵੀ, ਤੇਰੀ ਭਗਤ ਵੀ ਕਿਹਾ, ਤੇਰੇ ਭਗਤ ਵੀ ਕਿਹਾ। ਉੱਥੇ ਦੇਖਿਓ ਤੱਤੇ ਨੂੰ ਸਿਹਾਰੀ ਵੀ ਨਹੀਂ ਹੋਏਗੀ ਤੇ ਤੱਤੇ ਨੂੰ ਔਂਕੜ ਵੀ ਨਹੀਂ ਹੋਏਗਾ। ਜਦੋਂ ਪਾਠ ਕਰੋਗੇ ਧਿਆਨ ਦੇ ਦੇਖਿਓ ਜੀ, ਉੱਥੇ ਮੁਕਤਾ ਹੋਏਗਾ। ਉਹਦਾ ਮਤਲਬ ਬਣ ਗਿਆ, ਪਹਿਲੇ 'ਚ ਕਹਿਤਾ ਤੇਰੀ ਭਗਤੀ ਦੇ ਭੰਡਾਰ ਭਰੇ ਪਏ ਨੇ, ਦੂਸਰੀ ਤੁਕ ਵਿੱਚ ਕਹਿਤਾ ਤੇਰੇ ਭਗਤਾਂ ਨੇ ਉਹ ਭੰਡਾਰ ਇਕੱਠੇ ਕਰ ਲਏ ਨੇ। ਤੇਰੇ ਭਗਤ ਉੱਥੇ ਬਹੁ ਵਚਨ ਹੋ ਗਿਆ। ਤਾਂ ਕਰਕੇ ਮੈਂ ਬੇਨਤੀ ਕਰਦਾ ਉਹਨਾਂ ਵਿੱਚ ਇਸ ਕਰਕੇ ਕਿ ਸਾਧ ਸੰਗਤ ਜੀ, ਜੋ ਅਸੀਂ ਬਾਣੀ ਪੜ੍ਹਦੇ ਹਾਂ, ਥੋੜਾ ਬਹੁਤ ਵੀ ਅਸੀਂ ਉਸ ਨੂੰ ਧਿਆਨ ਨਾਲ ਪੜਾਂਗੇ, ਵਿਚਾਰਾਂਗੇ, ਸਮਝ ਆਏਗੀ, ਫਿਰ ਅਰਥ ਵੀ ਸਾਨੂੰ ਸਮਝ ਵਿੱਚ ਆਉਂਦੇ ਨੇ ਕਿ ਮਹਾਰਾਜ ਇੱਥੇ ਕੀ ਕਹਿ ਰਹੇ ਨੇ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਗਹੀ ਭਗਤ ਭਗਵਾਨ। ਹੈ ਵਾਹਿਗੁਰੂ, ਇਹ ਲੋਭ ਮੋਹ ਜਿਹੜਾ ਪਰਸ ਨਹੀਂ ਨਾ ਸਕਦਾ, ਇਹ ਤਾਂ ਨਹੀਂ ਸਪਰਸ਼ ਕਰ ਸਕਿਆ ਕਿਉਂਕਿ ਤੇਰੀ ਭਗਤੀ ਨੂੰ ਮੈਂ ਘੁੱਟ ਕੇ ਪਕੜ ਲਿਆ। ਭਾਵ ਕਿ ਤੇਰੀ ਭਗਤੀ ਮੇਰੇ ਅੰਦਰ ਵਸ ਗਈ ਹੈ, ਤੇਰੇ ਗੁਣ ਮੇਰੇ ਹਿਰਦੇ ਵਿੱਚ ਵਸ ਗਏ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਜਨਮ ਜਨਮ ਕਾ ਸੰਸਾ ਚੁੱਕਾ। ਸੰਸਾ ਮੈਨੇ ਸਹਿਮ, ਇਹਦੇ ਅਰਥ ਸ਼ੱਕ ਵੀ ਕੀਤੇ ਨੇ। ਯਾਦ ਰੱਖਿਓ, ਜਿੱਥੇ ਸ਼ੱਕ ਆ ਜਾਏ ਨਾ, ਉੱਥੇ ਖਰਾਬੀ ਹੈ। ਸ਼ੱਕ ਤੇ ਘਰ ਵਿੱਚ ਵੀ ਆ ਜਾਏ ਤੇ ਘਰ ਬਰਬਾਦ ਹੋ ਜਾਂਦੇ। ਤੇ ਜਿੱਥੇ ਸ਼ੱਕ ਦੀ ਗੁੰਜਾਇਸ਼ ਹੋਵੇ, ਜਿੱਥੇ ਸ਼ੱਕ ਆ ਜਾਏ, ਉਹ ਬਰਬਾਦ ਹੀ ਬਰਬਾਦ ਹੈ। ਕੋਈ ਵੀ ਹੋ ਸਕਦਾ ਹੈ, ਘਰ ਹੋ ਸਕਦਾ, ਪਰਿਵਾਰ ਹੋ ਸਕਦਾ, ਰਿਸ਼ਤੇਦਾਰ ਹੋ ਸਕਦੇ, ਸੱਜਣ ਮਿੱਤਰ ਦੋਸਤ, ਕੁਝ ਵੀ। ਜਿੱਥੇ ਗੁਰੂ ਤੇ ਵੀ ਸ਼ੱਕ ਆ ਜਾਏ, ਉੱਥੇ ਜ਼ਿੰਦਗੀ ਵੀ ਬਰਬਾਦ ਹੈ। ਤਾਂ ਉਹ ਭਗਤ ਕਬੀਰ ਸਾਹਿਬ ਨੇ ਕਿਹਾ, ਸ਼ੱਕ ਕਰੂੰ ਜੇ ਦੂਸਰ ਹੋਏ। ਸ਼ੱਕ ਤੇ ਤਾਂ ਹੀ ਹੋਏ ਨਾ ਜੇ ਕੋਈ ਦੂਜਾ ਹੋਊਗਾ, ਤੇ ਤਾਂ ਸ਼ੱਕ ਬਣਨਾ ਵੀ ਹਾਂ ਆਹ ਰੱਬ ਦੀ ਮੈਂ ਭਗਤੀ ਕਰਨੀ ਕਿ ਦੂਜੇ ਦੀ ਕਰਨੀ। ਜਦੋਂ ਅੰਦਰ ਸ਼ੱਕ ਹੋਏਗਾ, ਤਾਂ ਮਤਲਬ ਦੋ ਹੋਏ ਤੇ ਤਾਂ ਸ਼ੱਕ ਬਣਨਾ ਨਾ। ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ ਸ਼ੱਕ ਨਾਂ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਇੱਥੇ ਮਾਰ ਕਹਿੰਦੇ ਜਨਮ ਜਨਮ ਕਾ, ਇਹੜਾ ਜਨਮ ਦਾ ਸਹਿਸਾ ਸੀ ਨਾ, ਸ਼ੱਕ ਸੀ। ਮਹਾਰਾਜ ਕਹਿੰਦੇ ਜਨਮ ਜਨਮ ਕਾ ਸਹਿਸਾ ਚੂਕਾ ਮੁੱਕ ਗਿਆ, ਖਤਮ ਹੋ ਗਿਆ। ਕਿਵੇਂ ਖਤਮ ਹੋਇਆ? ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਨਮ ਜਨਮ ਕਾ ਸਹਿਸਾ ਚੂਕਾ ਮੁੱਕ ਗਿਆ, ਅੰਦਰੋਂ ਜਨਮ ਦਾ ਸਹਿਬ। ਤੇ ਸਤਿਗੁਰੂ ਮਹਾਰਾਜ ਕਹਿੰਦੇ ਰਤਨ ਨਾਮ ਜਪ ਪਾਇਆ। ਜਪ ਮੈਨੇ ਜਦੋਂ, ਰਤਨ ਨਾਮ, ਪਰਮਾਤਮਾ ਦਾ ਨਾਮ ਰੂਪੀ ਰਤਨ ਮਿਲ ਗਿਆ। ਅਸੀਂ ਗੁਰੂ ਅਮਰਦਾਸ ਦੇ ਸ਼ਬਦ ਪੜ੍ਹਦੇ ਹਾਂ ਨਾ, ਜਦੋਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ। ਇਹ ਰਤਨਾਂ ਨਾਲ ਭਰਿਆ ਪਿਆ ਗੁਰੂ ਦਾ ਸ਼ਬਦ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਮਹਾਰਾਜ ਕਹਿੰਦੇ ਹੀਰਿਆਂ ਨਾਲ, ਭਾਵ ਜਿਹੜਾ ਹੀ ਬਣ ਗਿਆ ਬਹੁਤ ਕੀਮਤੀ। ਅਮੋਲਕ ਨਾਮ ਵੀ ਕਿਹਾ ਬਾਣੀ 'ਚ। ਸਤਿਗੁਰੂ ਕਹਿੰਦੇ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ ਨੇ ਰਤਨ ਨਾਮ ਜਪ, ਜਦੋਂ ਮੈਂ ਪਰਮਾਤਮਾ ਦਾ ਨਾਮ ਰੂਪੀ ਰਤਨ
ਮੈਨੂੰ ਪ੍ਰਾਪਤ ਹੋ ਗਿਆ ਤੇ ਜਨਮਾਂ ਜਨਮਾਂ ਦੇ ਸਹਿਮ ਤੇ ਸਹਿਸੇ ਚਲੇ ਗਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਨਮ ਜਨਮ ਕਾ ਸਹਿਸਾ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ। ਤੁਸੀਂ ਸ਼ਬਦ ਨੂੰ ਵੇਖ ਰਹੇ ਹੋ ਨਾ, ਉਹਦੇ 'ਚ ਅਸੀਂ ਪੜ੍ਹ ਕੇ ਗਏ ਆ ਕਿ ਮਹਾਰਾਜ ਕਹਿੰਦੇ ਮਾਇਆ ਮਮਤਾ ਤਨ ਤੇ ਭਾਗੀ। ਹੁਣ ਇੱਥੇ ਜਿਹੜਾ ਸ਼ਬਦ ਆਇਆ ਮਹਾਰਾਜ ਨੇ ਮਨ ਵਰਤ ਲਿਆ। ਪਹਿਲਾਂ ਤਨ ਸ਼ਬਦ ਵਰਤਿਆ, ਹੁਣ ਵਾਲੀ ਤੁਕ 'ਚ ਮਨ ਸ਼ਬਦ ਵਰਤਿਆ ਮਹਾਰਾਜ ਨੇ। ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ। ਹੁਣ ਉੱਥੇ ਮਹਾਰਾਜ ਕਹਿੰਦੇ ਨੇ ਤਨ ਤੋਂ ਦੂਰ ਚਲੀ ਗਈ, ਹੁਣ ਕਹਿੰਦੇ ਨੇ ਮਨ ਵਿੱਚੋਂ ਵੀ ਇਹ ਪਕੜ ਚਲੀ ਗਈ। ਤ੍ਰਿਸ਼ਨਾ ਸਕਲ, ਉਹ ਜਿਹੜੀ ਅੰਦਰ ਦੀ ਪਕੜ ਸੀ ਇਕੱਠਾ ਕਰਨ ਵਾਲੀ ਅੰਦਰ ਦੀ ਤ੍ਰਿਸ਼ਨਾ, ਵੈਸੇ ਜਿਹਦੀ ਅਰਥ ਕਰੀਏ ਨਾ ਅਸੀਂ ਤ੍ਰਿਸ਼ਨਾ ਦੇ, ਤੇ ਤ੍ਰਿਸ਼ਨਾ ਸਾਧ ਸੰਗਤ ਜੀ ਇੱਕ ਪ੍ਰਕਾਰ ਦੀ ਨਹੀਂ ਹੁੰਦੀ। ਅੱਖਾਂ ਦੀ ਆਪਣੀ ਤ੍ਰਿਸ਼ਨਾ ਹੈ, ਕੰਨਾਂ ਦੀ ਆਪਣੀ ਤ੍ਰਿਸ਼ਨਾ ਹੈ, ਜ਼ੁਬਾਨ ਦੀ ਆਪਣੀ ਤ੍ਰਿਸ਼ਨਾ ਹੈ, ਨੱਕ ਦੀ ਆਪਣੀ ਤ੍ਰਿਸ਼ਨਾ ਹੈ, ਬੋਲਣ ਦੀ, ਮੂੰਹ ਦੀ, ਹਰ ਇੱਕ ਇੰਦਰੀ ਦੀ ਆਪਣੀ ਆਪਣੀ ਤ੍ਰਿਸ਼ਨਾ ਹੈ ਨਾ। ਇੱਥੇ ਮਹਾਰਾਜ ਕਹਿੰਦੇ ਸਕਲ ਤ੍ਰਿਸ਼ਨਾ ਸਕਲ ਬਿਨਾਸੀ, ਮਹਾਰਾਜ ਕਹਿੰਦੇ ਮਨ ਤੇ ਮਨ ਚੋਂ ਚਲੀ ਗਈ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਿਜ ਸੁਖ ਮਾਹੇ ਸਮਾਇਆ। ਮਹਾਰਾਜ ਕਹਿੰਦੇ ਨਿਜ ਸੁਖ, ਅੰਦਰ ਦਾ ਸੁਖ ਜਿਹਦੇ ਵਿੱਚ ਮਨ ਟਿਕ ਗਿਆ, ਸਮਾ ਗਿਆ ਹੈ ਉਸ ਵਿੱਚ ਮਨ। ਤੇ ਅਸੀਂ 16 ਸ਼ਬਦ ਦਾ ਪਾਠ ਕਰਾਂਗੇ, ਉਹਦੇ ਵਿੱਚ ਵੀ ਇੱਕ ਤੁਕ ਆਉਂਦੀ ਹੈ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏਗਾ ਫਿਰ। ਉੱਥੇ ਮਹਾਰਾਜ ਨੇ ਨਿਜ ਘਰ ਕਿਹਾ ਹੈ, ਇੱਥੇ ਨਿਜ ਮਾਹੇ ਕਹਿ ਦਿੱਤਾ। ਮਹਾਰਾਜ ਕਹਿੰਦੇ ਨਿਜ ਘਰ ਮਹਿਲ ਉਹਨਾਂ ਨੂੰ ਮਿਲਦਾ ਹੈ ਜਿੱਥੇ ਜਾ ਕੇ ਮਨ ਦੇ ਸਾਰੇ ਫੁਰਨੇ ਮੁੱਕ ਜਾਂਦੇ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏਗਾ ਫਿਰ। ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਿਜ ਸੁਖ ਮਾਹੇ ਸਮਾਇਆ। ਮੇਰੇ ਹਿਰਦੇ ਅੰਦਰ ਉਹ ਨਿਜ ਸੁਖ ਮਿਲ ਗਿਆ, ਆਨੰਦ ਮਿਲ ਗਿਆ, ਜਿਸ ਦੇ ਨਾਲ ਜ਼ਿੰਦਗੀ ਭਰਪੂਰ। ਉਹ ਆਨੰਦ ਨਿਜ ਮਿਲ ਗਿਆ ਜਿਹਨੂੰ ਗੁਰੂ ਅਮਰਦਾਸ ਨੇ ਕਿਹਾ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਸਤਿਗੁਰੂ ਤੋਂ ਜਿਹੜਾ ਆਨੰਦ ਮੈਨੂੰ ਮਿਲਿਆ ਉਹ ਨਿਜ ਸੁਖ ਮਿਲ ਗਿਆ। ਅਖੀਰਲੀਆਂ ਤੁਕਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ। ਹੁਣ ਵੇਖੋ, ਹੁਣ ਸਾਰਾ ਜਿਹੜਾ ਸ਼ਬਦ ਅਸੀਂ ਉੱਪਰ ਸਕਰੀਨ ਤੇ ਜਿਹੜਾ ਚੱਲ ਰਿਹਾ ਜਿਹਦੀ ਅਸੀਂ ਵਿਚਾਰ ਕੀਤੀ ਹੈ, ਗੁਰੂ ਤੇਗ ਬਹਾਦਰ ਜੀ ਦੀ ਇੱਕ ਇਹ ਵੀ ਵਿਲੱਖਣਤਾ ਹੈ। ਮਹਾਰਾਜ ਦੇ ਅਸੀਂ ਪਹਿਲਾਂ ਸ਼ਬਦ ਜਿੰਨੇ ਵਿਚਾਰੇ ਉਹਦੇ ਵਿੱਚ ਔਗੁਣਾਂ ਦੀ ਗੱਲ ਕਰਕੇ ਵੀ ਕਹਿੰਦੇ ਨੇ ਕਿ ਕੁਝ ਮੈਂ ਕੀਤਾ। ਅੱਜ ਵਾਲਾ ਸ਼ਬਦ ਤੁਸੀਂ ਦੇਖੋ ਪੂਰੇ ਦਾ ਪੂਰਾ ਪਾਠ ਕਰਕੇ ਅਖੀਰਲੀਆਂ ਤੁਕਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਮਨ ਦਾ ਸੁਖ, ਤਨ ਤੋਂ ਮਾਇਆ ਦਾ ਭੱਜ ਜਾਣਾ, ਮਨ ਦਾ ਟਿਕ ਜਾਣਾ, ਨਿਜ ਸੁਖ ਮਿਲ ਜਾਣਾ, ਨਾਮ ਰਤਨ ਮਿਲ ਜਾਣਾ, ਇੰਨਾ ਕੁਝ ਮਿਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਅਗਲੀ ਤੁਕ ਵਿੱਚ ਅਖੀਰ ਤੇ ਇਹ ਨਹੀਂ ਕਿਹਾ ਕਿ ਇਹ ਮੈਂ ਮਿਹਨਤ ਕੀਤੀ ਸੀ, ਮੈਂ ਘਾਲਣਾ ਘਾਲੀ ਸੀ ਤੇ ਮੈਨੂੰ ਮਿਲ ਗਿਆ। ਨਹੀਂ, ਵੇਖੋ ਮਹਾਰਾਜ ਦੀ ਵਿਲੱਖਣਤਾ। ਕਹਿੰਦੇ ਜਾ ਕੋ ਹੋਤ ਦਇਆਲ ਕਿਰਪਾ ਨਿਧ। ਇਹ ਕਿਹਨੂੰ ਮਿਲੇਗਾ? ਹੁਣ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇੰਨਾ ਕੁਝ ਮਿਲ ਗਿਆ। ਹੁਣ ਘਾਲਣ ਤੋਂ ਬਾਅਦ ਗੁਰੂ ਨੇ ਇਹ ਨਹੀਂ ਕਿਹਾ ਕਿ ਇਹ ਮੇਰੀ ਆਪਣੀ ਮਿਹਨਤ ਕਰਕੇ ਮਿਲਿਆ। ਨਹੀਂ, ਕਹਿੰਦੇ ਜਾ ਕੋ। ਹੁਣ ਇੱਥੇ ਮੈਂ ਸ਼ਬਦ ਪੜਿਆ ਜਾ, ਮੈਂ ਤਾਂ ਵਿੱਚ ਕਹਿਣਾ ਹੁੰਦਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਸੰਥਿਆ ਕਰਾ ਰਿਹਾ, ਪਰ ਮੇਰਾ ਫਰਜ਼ ਹੈ ਕਿ ਜਦੋਂ ਬਾਣੀ ਪੜ੍ਹਨ ਵਾਲੀ ਸੰਗਤ ਤੁਸੀਂ ਬੈਠੇ ਹੋ ਸਿਆਣੇ, ਤੁਹਾਨੂੰ ਉਚਾਰਨ ਕਰਨ ਨਾਲ ਕਿੰਨਾ ਅਰਥ ਤੁਹਾਡੇ ਆਪਣੇ ਆਪ ਵਿੱਚ ਦਿਮਾਗ 'ਚ ਆ ਜਾਏਗਾ। ਜਦੋਂ ਅਸੀਂ ਪੜਾਂਗੇ ਨਾ ਜਾਂ ਸ਼ਬਦ ਦਾ ਮਤਲਬ ਹੋ ਜਾਂਦਾ ਅਤੇ। ਪਤਾ ਕਿਵੇਂ? ਜਿਵੇਂ ਅਸੀਂ ਕਹਿੰਦੇ ਆ ਆਹ ਕੰਮ ਕਰ ਜਾਂ ਦਾ ਮਤਲਬ ਉੱਥੇ ਅਰਥ ਹੋ ਜਾਂਦਾ ਅਤੇ, ਜਾਂ ਅਤੇ ਆਹ ਕਰ ਲੈ। ਹੁਣ ਇੱਥੇ ਜੇ ਮੈਂ ਸ਼ਬਦ ਪੜਿਆ ਜਾ ਦਾ ਮਤਲਬ ਬਣ ਗਿਆ ਜਿਸ। ਜੇ ਮੈਂ ਇੱਥੇ ਬਿੰਦੀ ਲਾ ਦਿਆਂ ਜਾਂ, ਇਹਦਾ ਅਰਥ ਹੋ ਗਿਆ ਅਤੇ। ਇਸ ਤਰ੍ਹਾਂ ਬਾਣੀ ਜਿਹੜੀ ਆ ਜਦੋਂ ਅਸੀਂ ਦੇਖਾਂਗੇ ਮਹਾਰਾਜ ਕਹਿੰਦੇ ਨੇ ਜਾ ਦਾ ਮਤਲਬ ਜਿਸ, ਜਾ ਤੋ ਹੋਤ, ਜਿਸ ਉੱਤੇ ਵਾਹਿਗੁਰੂ ਪਰਮਾਤਮਾ ਦਿਆਲੂ ਹੋ ਗਿਆ। ਜਾ ਕੋ ਹੋਤ ਦਇਆਲ ਕਿਰਪਾ ਨਿਧ, ਕਿਰਪਾ ਦਾ ਖਜ਼ਾਨਾ, ਨਿਧ ਮੈਨੇ ਖਜ਼ਾਨਾ। ਮਹਾਰਾਜ ਕਹਿੰਦੇ ਨੇ ਸੋ ਗੋਬਿੰਦ ਗੁਣ ਗਾਵੇ। ਉਹੀ ਗੋਬਿੰਦ ਦੇ ਗੁਣ ਗਾ ਸਕਦਾ ਹੈ। ਹੁਣ ਜਦੋਂ ਅਸੀਂ ਸ਼ਬਦ ਪੜਿਆ ਗੁਣ, ਇੱਥੇ ਮੈਂ ਗੁਣ ਸ਼ਬਦ ਪੜਿਆ ਨੰਨੇ ਦੇ ਨਾਲ ਹੈ। ਜਦੋਂ ਨਾਣੇ ਨਾਲ ਆਵੇਗਾ ਇਹਨੂੰ ਅਸੀਂ ਕਹਾਂਗੇ ਗੁਣ। ਦੇਖੋ ਹਰ ਇਲਾਕੇ ਦੀ ਆਪਣੀ ਆਪਣੀ ਬੋਲੀ ਹੈ ਤੇ ਭਾਸ਼ਾ ਹੈ। ਅਸੀਂ ਦੇਖਦੇ ਹਾਂ 35-40 ਮੀਲ ਤੇ ਹੀ ਭਾਸ਼ਾ ਤੁਸੀਂ ਦੇਖੋ ਪੰਜਾਬ 'ਚ ਬਦਲ ਜਾਂਦੀ ਹੈ ਨਾ। ਅੰਮ੍ਰਿਤਸਰ ਦਾ ਏਰੀਆ ਤੁਸੀਂ ਲੈ ਲਓ, ਸਾਡਾ ਜਿਹੜਾ ਇਲਾਕਾ ਮਾਝਾ ਹੈ, ਇੱਥੋਂ ਦੀ ਬੋਲੀ, ਦੁਆਬੇ ਦੀ ਬੋਲੀ, ਮਾਲਵੇ ਦੀ ਬੋਲੀ ਦਾ ਕਿੰਨਾ ਫਰਕ ਹੈ। ਜਿਵੇਂ ਮੰਨ ਲਓ ਸਾਡੇ ਇਲਾਕੇ 'ਚ ਕਿਹਾ ਜਾਂਦਾ ਦਹੀਂ ਜਮਾਤਾ ਹੈ ਨਾ, ਕੁਝ ਇਲਾਕਿਆਂ 'ਚ ਤੁਸੀਂ ਦਰਿਆਓਂ ਪਾਰ ਹੋ ਜਾਓ ਉੱਥੇ ਕਹਿੰਦੇ ਦਹੀਂ ਜਮਾਤੀ।
ਬੋਲੀ ਤੇ ਆਪਣੀ ਆਪਣੀ ਹੈ ਨਾ, ਉੱਤੇ ਕੋਈ ਦਹੀਂ ਜੰਮ ਗਈ। ਅਸੀਂ ਕਹਿੰਦੇ ਦਹੀਂ ਜੰਮ ਗਿਆ, ਦਹੀਂ ਬਣਾਤਾ। ਅਸੀਂ ਕਹਿੰਦੇ ਵੀ ਜਿਵੇਂ ਉਹ ਵੇਖੋ ਜਾਣ ਡਿਆ, ਜਿਵੇਂ ਇੱਕ ਦਿਨ ਮੈਂ ਕਿਹਾ ਤੇ ਮੈਨੂੰ ਉਹ ਨਾਲ ਦਾ ਸਿੰਘ ਬੈਠਾ, ਕਹਿੰਦਾ ਅੰਮ੍ਰਿਤਸਰ ਦੇ ਲੱਗਦੇ ਹੋ ਤੁਸੀਂ, ਕਹਿੰਦਾ ਕਈ ਬੋਲੀ ਤੋਂ ਹੀ ਪਤਾ ਲੱਗ ਜਾਂਦਾ, ਵਾਕਈ ਬੰਦੇ ਦੀ ਬੋਲੀ ਤੋਂ ਉਸ ਦਾ ਇਲਾਕੇ ਦਾ ਪਤਾ ਲੱਗ ਜਾਂਦਾ। ਕਹਿੰਦਾ ਜੇ ਕੁਝ ਕਹਿੰਦੇ ਮੋਹਰੇ ਮੋਹਰੇ, ਕੋਈ ਕਹਿੰਦੇ ਆਪਣਾ ਗੱਭੇ ਗੱਭੇ, ਅਸੀਂ ਕਹਿੰਦੇ ਵਿਚਕਾਰ, ਅਸੀਂ ਕਹਿੰਦੇ ਅੱਗੇ ਪਿੱਛੇ। ਮੇਰਾ ਕਹਿਣ ਤੋਂ ਭਾਵ ਹੈ ਕਿ ਬੋਲੀ ਜਿਹੜੀ ਹੈ ਇਹ ਵੱਖ-ਵੱਖ ਇਲਾਕਿਆਂ ਦੇ ਅੰਦਰ ਬਦਲ ਜਾਂਦੀ ਹੈ। ਤਾਂ ਕਰਕੇ ਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ, ਬਾਣੀ 'ਚ ਤਾਂ ਇੱਕ ਬੋਲੀ ਹੈ ਹੀ ਨਹੀਂ, ਇੱਕ ਇਲਾਕੇ ਦੀ ਨਹੀਂ, ਇੱਕ ਭਾਸ਼ਾ ਨਹੀਂ, ਇੱਕ ਬੋਲੀ ਨਹੀਂ। ਇਸ ਕਰਕੇ ਗੁਰਬਾਣੀ ਦੇ ਅਰਥ ਥੋੜਾ ਜਿਹਾ ਜਿਹੜੇ ਮੈਂ ਕਰ ਦਿੱਤਾ ਵੀ 100% ਉਹੀ ਅਰਥ ਸੱਚੇ ਨੇ। ਹੋ ਸਕਦਾ ਜਿਹੜੀ ਗੱਲ ਮੈਂ ਕਹਿ ਰਿਹਾ ਕਿਸੇ ਹੋਰ ਇਲਾਕੇ ਵਿੱਚ ਉਸ ਬੋਲੀ ਦੇ ਵਿੱਚ ਉਸ ਨੂੰ ਹੋਰ ਕੁਝ ਕਹਿੰਦੇ ਹੋਣ। ਜਿਵੇਂ ਅਸੀਂ ਕਹਿੰਦੇ ਆ ਇੱਕ ਸ਼ਬਦ ਹੁੰਦਾ ਬਾਣੀ ਵਿੱਚ ਘਣੋ ਘਣੋ ਲੋੜ ਹੈ, ਸਦ ਲੋੜ ਹੈ, ਅਸੀਂ ਉਹਨੂੰ ਘੁੱਟ ਕੇ ਕਹਿੰਦੇ ਆ, ਕਿਉਂਕਿ ਸ਼ਬਦ ਘੱਗਾ ਤੇ ਨਾ ਘਣੋ। ਹੁਣ ਜਿਹੜਾ ਇਹ ਇਲਾਕਾ ਤੁਸੀਂ ਦੇਖ ਲਓ, ਕੁਛ ਇਲਾਕੇ ਘਣੋ ਘਣੋ ਕਹਿੰਦੇ ਉੱਥੇ, ਉਹਨਾਂ ਦੇ ਉਚਾਰਨ 'ਚ ਗੱਗਾ ਲੱਗੂ ਉੱਥੇ। ਮੇਰਾ ਕਹਿਣ ਤੋਂ ਭਾਵ ਹੈ ਬਾਣੀ ਦਾ ਕੋਈ ਅਥਾਹ ਨਹੀਂ ਪਾਇਆ ਜਾ ਸਕਦਾ। ਇਹ ਬੜੀ ਆਗਾਧ ਬੋਧ ਹੈ, ਇਹਨੂੰ ਸਮਝਣਾ ਕੋਈ ਸੌਖਾ ਨਹੀਂ, ਪਰ ਯਤਨ ਕਰ ਰਹੇ ਹਾਂ ਆਪਾਂ ਸਾਰੇ। ਮੈਂ ਤਾਂ ਕਹਿ ਰਿਹਾ ਤੇ ਮਾਰ ਕਹਿੰਦੇ ਜਾ ਕੋ ਜਿਸ ਉੱਤੇ ਦਇਆਲ ਹੋਤ, ਜਾ ਕੋ ਹੋਤ ਦਇਆਲ ਕਿਰਪਾ ਨਿਧ, ਕਿਰਪਾ ਦਾ ਸੋ ਗੋਬਿੰਦ ਗੁਣ ਗਾਵੇ। ਉਹ ਗੋਬਿੰਦ ਦੇ ਗੁਣ ਗਾਉਂਦਾ ਹੈ। ਤੇ ਜਿਹੜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਹੋ ਨਾਨਕ ਇਹ ਬਿਦ ਕੀ ਸੰਪੈ। ਹੁਣ ਵੇਖੋ ਧੰਨ ਸ਼ਬਦ ਉੱਤੇ ਅਸੀਂ ਪੜ੍ਹ ਕੇ ਗਏ, ਮਾਈ ਮੈਂ ਧੰਨ ਪਾਇਓ ਹਰ ਨਾਮ। ਇੱਥੇ ਮਹਾਰਾਜ ਨੇ ਤਬਦੀਲ ਕਰਤਾ, ਧੰਨ ਦੀ ਜਗ੍ਹਾ ਤੇ ਸੰਪੈ ਕਹਿ ਦਿੱਤਾ। ਇਹਦੇ ਵੀ ਅਰਥ ਵੱਖਰੇ ਜੇ। ਮੈਂ ਸਤਿਗੁਰੂ ਦੀ ਬਾਣੀ 'ਚ ਤੁਹਾਨੂੰ ਦੱਸ ਦੇਣਾ ਕਿ ਅਰਥ ਕਿਵੇਂ ਬਦਲ ਜਾਂਦੇ। ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ 'ਚ ਮਹਾਰਾਜ ਕਹਿੰਦੇ ਤਨ ਧਨ ਸੰਪੈ ਸੁਖ ਦਿਓ। ਪੰਜ ਗੱਲਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਉੱਥੇ। ਤਨ ਮੈਨੇ ਤਨ ਹੋ ਗਿਆ, ਧਨ ਮੈਨੇ ਮਾਇਆ ਹੋ ਗਈ। ਉੱਥੇ ਜੇ ਧਨ ਮਾਇਆ ਤੇ ਅੱਗੇ ਸੰਪੈ ਜੀ, ਉਹਦਾ ਅਰਥ ਸੰਪੈ ਵੀ ਮਾਇਆ ਕਰਾਂਗੇ ਤੇ ਫਿਰ ਦੋ ਸ਼ਬਦ ਕਿਵੇਂ ਇਕੱਠੇ ਆ ਗਏ? ਉਹਦਾ ਮਤਲਬ ਕਿ ਸੰਪੈ ਕੀ ਹੋਇਆ? ਮਾਰ ਕਹਿੰਦੇ ਤਨ ਮਿਲ ਗਿਆ, ਧਨ ਪਦਾਰਥ ਮਿਲ ਗਏ। ਸੰਪੈ ਕਹਿੰਦੇ ਨੇ ਜਾਇਦਾਦ ਨੂੰ, ਜਿਹੜੀ ਅਸੀਂ ਇਕੱਠੀ ਕੀਤੀ ਹੁੰਦੀ ਬਣਾਉਂਦੇ ਆ, ਜੋ ਅਸੀਂ ਵੀ ਅਸੀਂ ਆਹ ਸਾਡਾ ਕਾਰੋਬਾਰ ਜਿਹਨੂੰ ਕਹਿ ਲਓ। ਧਨ ਪੈਸਾ ਸੰਪੈ ਜਾਇਦਾਦ, ਅਰਥ ਬਦਲ ਜਾਂਦੇ ਹੈ। ਇੱਥੇ ਉੱਤੇ ਮਹਾਰਾਜ ਨੇ ਕਿਹਾ ਮਾਈ ਮੈਂ ਧਨ ਪਾਇਓ ਹਰ ਨਾਮ। ਅਖੀਰਲੀ ਤੁਕ 'ਚ ਕਹਿਤਾ ਇਹ ਵਿਦ ਕਹੋ ਨਾਨਕ ਜੋ ਇਹ ਵਿਦ ਕੀ ਸੰਪੈ। ਇਹਦਾ ਮਤਲਬ ਹੋ ਗਿਆ ਜਿਹੜਾ ਉੱਪਰ ਪਹਿਲੀ ਤੁਕ 'ਚ ਕਿਹਾ ਨਾ ਧਨ ਪਦਾਰਥ, ਖਿਮਾ ਕਰਿਓ ਨਾਮ ਰੂਪੀ ਧਨ, ਅਖੀਰਲੀ ਤੁਕ 'ਚ ਕਹਿੰਦੇ ਮੈਂ ਇਕੱਠਾ ਕਰਕੇ ਜਾਇਦਾਦ ਬਣਾ ਲਈ ਹੈ। ਵੇਖੋ ਅਰਥ ਬਦਲ ਗਿਆ ਨਾ। ਮਹਾਰਾਜ ਤੇ ਕਹਿੰਦੇ ਨੇ ਮਾਂ ਮੈਂ ਹੁਣ ਉਹ ਬਣਾ ਲਈ ਜਾਇਦਾਦ, ਮੇਰੇ ਕੋਲ ਇੰਨੀ ਇਕੱਠੀ ਹੋ ਗਈ ਹੈ, ਨਾਮ ਰੂਪੀ ਧਨ ਦੀ ਸਾਰੀ ਗੱਲ ਚੱਲਦੀ ਪਈ ਹੈ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਕੋ ਬਨ ਜਾਓ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਮੇਰਾ ਟਾਂਡਾ ਮੈਨੇ ਗੱਡਾ। ਰਵਿਦਾਸ ਭਗਤ ਕਹਿੰਦਾ ਮੈਂ ਗੱਡੇ ਲੱਦ ਕੇ ਤੁਰਨ ਲੱਗਾ, ਜੇ ਨਾਮ ਰੂਪੀ ਧਨ ਦੇ ਕੋਈ ਹੈ ਜਿਹੜਾ ਮੇਰੇ ਨਾਲ ਇਸ ਨਾਮ ਰੂਪੀ ਧਨ ਗੱਡੇ ਦੇ ਵਿੱਚ ਮੇਰੇ ਨਾਲ ਕੋਈ ਹੱਥ ਬਣਾਉਣਾ ਚਾਹੁੰਦਾ ਹੈ। ਮੈਂ ਤਾਂ ਉੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਮੈਂ ਬਣਜਾਰਾ ਵਣਜ ਕਰਕੇ ਤੇ ਗੱਡੇ ਭਰ ਕੇ ਲੱਦ ਕੇ ਤੁਰ ਪਿਆ ਹਾਂ। ਇਹ ਸਾਰੀ ਅੰਦਰ ਦੀ ਚਲੋ ਗੱਲ ਹੈ। ਇੱਥੇ ਮਹਾਰਾਜ ਕਹਿੰਦੇ ਕਹੋ ਨਾਨਕ ਇਹ ਵਿਦ ਕੀ ਸੰਪੈ। ਇਹ ਵਿਧੀ ਨਾਲ ਜਿਹੜੀ ਨਾਮ ਰੂਪੀ ਧਨ ਨੂੰ ਇਕੱਤਰ ਕਰ ਲਿਆ, ਭੰਡਾਰ ਭਰ ਲਏ ਨੇ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪਰ ਇਹ ਸਾਰਿਆਂ ਨੇ ਭਰੇ ਨੇ? ਕਹਿੰਦੇ ਨਹੀਂ, ਕੋ ਗੁਰਮੁਖ ਭਾਵੈ। ਮਹਾਰਾਜ ਕਹਿੰਦੇ ਕੋਈ, ਸਾਰੇ ਨਹੀਂ। ਮਹਾਰਾਜ ਕਹਿੰਦੇ ਕੋਈ ਵਿਰਲੇ ਜਿਹੜੇ ਇਸ ਨੂੰ ਇਕੱਠਾ ਕਰਕੇ ਪਰਮਾਤਮਾ ਦੇ ਸ਼ੁਭ ਗੁਣ ਨਾਮ ਰੂਪੀ ਧਨ, ਉਸ ਪ੍ਰਭੂ ਪਰਮਾਤਮਾ ਦੇ ਚੰਗੇ ਉਹਦੇ ਵਾਹਿਗੁਰੂ ਦੇ ਬਖਸ਼ੇ ਹੋਏ ਦਇਆ ਧਰਮ ਧੀਰਜ ਸਤ ਸੰਤੋਖ ਪਰਉਪਕਾਰ ਆਦਿਕ, ਇਹ ਸਾਰੇ ਦੇ ਸਾਰੇ ਰੱਬੀ ਗੁਣਾਂ ਦੇ ਭੰਡਾਰ ਜਿਹੜੇ ਜੀਵ ਨੇ ਭਰ ਲਏ ਨੇ। ਮਹਾਰਾਜ ਕਹਿੰਦੇ ਉਹਦੀ ਜ਼ਿੰਦਗੀ ਜਿਹੜੀ ਹੈ ਸੁਖਮਈ ਆਨੰਦਮਈ ਬਣ ਜਾਂਦੀ। ਅੱਜ ਦਾ ਸ਼ਬਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜੋ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਦਾ ਹੈ, ਜਿਸ ਵਿੱਚ ਮਹਾਰਾਜ ਕਹਿੰਦੇ ਨੇ ਕਿ ਸ਼ੁਰੂਆਤ ਕੀਤੀ ਮਾਈ ਮੈਂ ਧਨ ਪਾਇਓ ਹਰ ਨਾਮ। ਮਾਂ ਮੈਨੂੰ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ ਹੈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਨਾਮ ਰੂਪੀ ਧਨ ਸਾਨੂੰ ਵੀ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਆ ਕੇ ਪ੍ਰਾਪਤ ਹੋ ਜਾਵੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।